ਸਰਬ ਕਲਾ ਸਮਰੱਥੋ ਡੋਲਣ ਤੇ ਰੱਖੋ ਪ੍ਰਭੂ। ਨਾਨਕ ਦੇ ਕਰ ਹੱਥ ਡੋਲਣ ਤੇ ਰੱਖੋ ਪ੍ਰਭੂ। ਨਾਨਕ ਦੇ ਕਰ ਹੱਥ ਮੇਰੇ ਸਤਿਗੁਰਾ। ਮੈਂ ਤੁਝ ਬਿਨ ਅਵਰ ਨਾ ਕੋਇ। ਹਮ ਮੂਰਖ ਮੁਗਧ ਸ਼ਰਨਾਗਤੀ। ਕਰ ਕਿਰਪਾ ਮਿਲੇ ਹਰ ਸੋਏ। ਸਤਿਗੁਰ ਦਾਤਾ ਹਰ ਨਾਮ ਕਾ। ਪ੍ਰਭ ਆਪ ਮਿਲਾਵੈ ਸੋਏ। ਸਤਿਗੁਰ ਹਰ ਪ੍ਰਭ ਬੁਝਿਆ। ਸਤਿਗੁਰ ਹਰ ਪ੍ਰਭ ਬੁਝਿਆ। ਗੁਰ ਜੇ ਵਡੋ ਅਵਰ ਨਾ ਕੋਇ। ਹਉ ਗੁਰ ਸ਼ਰਨਾਈ ਟਹਿ ਪਵਾ। ਹਉ ਗੁਰ ਸ਼ਰਨਾਈ ਟਹਿ ਪਵਾ। ਕਰ ਦਇਆ ਮਿਲੇ ਪ੍ਰਭ ਸੋਏ। ਕਰ ਦਇਆ ਮਿਲੇ ਪ੍ਰਭ ਸੋਏ। ਧੰਨ ਸੱਚਾ ਪਾਤਸ਼ਾਹ ਗੁਰਦੇਵ। ਧੰਨ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਚੱਲਾਂ ਚੱਲਾਂ ਜੇ ਕਰੀ ਜਾਣ ਚੱਲਣ ਹਾਰੋ। ਜੋ ਆਇਆ ਸੋ ਚੱਲਸੀ ਅਮਰ ਗੁਰ ਕਰਤਾਰ। ਪੀ ਸੱਚਾ ਸਲਾਹਣਾ ਸੱਚੈ ਥਾਨ ਪਿਆਰ। ਦਰ ਘਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ। ਹਸਤੀ ਘੋੜੇ ਪਖਰੇ ਲਸ਼ਕਰ ਲਖ ਅਪਾਰ। ਕਿਸੀ ਨਾਲ ਨ ਚੱਲਿਆ ਖਪ ਖਪ ਮੋਏ ਅਸਾਰ। ਕਿਸੀ ਨਾਲ ਨ ਚੱਲਿਆ ਖਪ ਖਪ ਮੋਏ ਅਸਾਰ। ਧੰਨ ਧੰਨ ਨਾਮ ਦੇ ਦਾਤੇ ਜਗ ਜੀਵਨ ਦਾਤੇ। ਸਦਾ ਸਦਾ ਦਾਤਾਰ। ਲੋਕ ਦੇ ਤੇ ਪਰਲੋਕ ਦੇ ਸੁਖ ਪ੍ਰਦਾਨ ਕਰਨ ਵਾਲੇ। ਸੱਚੇ ਤੇ ਸਲਾਹਣ ਜੋਗ। ਸਾਡੇ ਔਗਣਾਂ ਨੂੰ ਖਤਮ ਕਰਕੇ ਗੁਣ ਪ੍ਰਦਾਨ ਕਰਨ ਵਾਲੇ। ਵਿਕਾਰਾਂ ਤੇ ਮੋਹ ਇਤਿਆਦਿਕ ਦੇ ਬੰਧਨਾਂ ਨੂੰ ਤੋੜਨ ਹਾਰੇ। ਵੱਡੀਆਂ ਵੱਡੀਆਂ ਰਹਿਮਤਾਂ ਕਰਨ ਵਾਲੇ। ਸਰਬ ਕਲਾ ਸਮਰੱਥ ਚਵਰ ਸ਼ਤਰ ਤਖਤ ਦੇ ਮਾਲਕ। ਜੁਗੋ ਜੁਗ ਅਟਲ
ਮਿਹਰਬਾਨ ਦਇਆਵਾਨ ਸਤਿਗੁਰੂ ਧੰਨ ਗੁਰੂ ਸਮੇਂ ਦੇ ਪੂਰੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਸੰਧਿਆ ਵੇਲੇ ਦੇ ਦੀਵਾਨਾਂ ਵਿੱਚ ਉਪਸਥਿਤ ਵੱਡੇ ਭਾਗਾਂ ਵਾਲੇ ਸਤ ਸੰਗੀ ਜਨੋਂ, ਸਾਹਿਬਾਂ ਦੇ ਬਖਸ਼ੇ ਹੋਏ ਪਵਿੱਤਰ ਲੜੀਵਾਰ ਸ਼ਬਦ ਦੀ ਵਿਚਾਰ ਤੇ ਇਤਿਹਾਸਕ ਵਿਚਾਰਾਂ ਨਾਲ ਸਾਂਝ ਪਾਈ। ਸਾਹਿਬ ਜੀ ਆਪ ਹੀ ਤਰਸ ਕਰਕੇ ਆਪਾਂ ਨੂੰ ਸਮਝ ਬਖਸ਼ਣ, ਸੋਝੀ ਬਖਸ਼ਣ ਤੇ ਸਮਝਾ ਦੇਣ। ਰਹਿਮਤ ਕਰਕੇ ਸਾਰਿਆਂ ਨੂੰ ਮਹਾਰਾਜ ਨਾਮ ਸਿਮਰਨ ਦੀਆਂ ਦਾਤਾਂ ਬਖਸ਼ ਕੇ ਨਿਵਾਜਣ। ਇਹ ਅਰਦਾਸ ਕਰਦਿਆਂ ਹੋਇਆਂ ਸਾਹਿਬ ਦੇ ਚਰਨਾਂ ਦੇ ਅੰਦਰ ਫਤਿਹ ਅਰਜ਼ ਕਰਦਾ। ਕਰੋ ਜੀ ਆਪ ਜੀ ਰਸਨਾ ਪਵਿੱਤਰ ਤੇ ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲਾਂ ਚੱਲਾਂ ਜੇ ਕਰੀ ਜਾਣਾ ਚੱਲਣ ਹਾਰ। ਬਾਬਾ ਨਿਰੰਕਾਰੀ ਜੋਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਕਿ ਜੇ ਕੋਈ ਜੀਵ ਇਹ ਆਖੇ ਚਲੇ ਜਾਣਾ ਸੰਸਾਰ ਤੋਂ, ਚਲੇ ਜਾਣਾ ਏਦਾਂ ਆਖੀ ਜਾਵੇ ਸਾਰਾ ਸੰਸਾਰ ਚਲਾਇਮਾਨ ਹੈ। ਇਸ ਤਰ੍ਹਾਂ ਦਾ ਜਿਹੜਾ ਗਾਉਣ ਗਾਉਣਾ ਹੈ, ਇਸ ਤਰ੍ਹਾਂ ਕਹੀ ਜਾਣਾ, ਇਹਦੇ ਨਾਲ ਕੁਝ ਨਹੀਂ ਹੋਣ ਲੱਗਾ। ਜਿੰਨੀ ਦੇਰ ਤੱਕ ਸਾਹਿਬ ਕਹਿੰਦੇ ਜੋ ਆਇਆ ਸੋ ਚਲ ਸੀ ਅਮਰ ਗੁਰ ਕਰਤਾਰ, ਜਿੰਨੀ ਦੇਰ ਤੱਕ ਕੋਈ ਆਪਣੇ ਦਿਲੋਂ ਅਨੁਭਵ ਨਾ ਕਰੇ ਮੌਤ ਦਾ, ਆਪਣੇ ਮਨ ਦੇ ਅੰਦਰ ਇਹ ਗੱਲ ਨੂੰ ਪੱਕੀ ਤਰ੍ਹਾਂ ਮੰਨ ਨਾ ਲਵੇ ਵੀ ਸੱਚਮੁੱਚ ਮੈਂ ਚਲੇ ਜਾਣਾ ਹੈ। ਫਰਕ ਹੋ ਗਿਆ ਨਾ ਗੱਲ ਦੇ ਅੰਦਰ। ਮਹਾਰਾਜ ਨੇ ਜੋ ਬਚਨ ਸਮਝਾਇਆ, ਮੌਤ ਦਾ ਜ਼ਿਕਰ ਕਰਨਾ ਗੱਲ ਕੁਝ ਹੋਰ ਹੈ, ਇਹ ਕਹਿਣਾ ਵੀ ਚਲੇ ਜਾਣਾ ਜੀ, ਇੱਥੇ ਕਿਹੜਾ ਬੈਠੇ ਰਹਿਣਾ, ਇਹ ਗੱਲ ਕਹਿਣਾ ਕੁਝ ਹੋਰ ਹੈ। ਤੇ ਦਿਲ ਦੇ ਵਿੱਚ ਮੌਤ ਦਾ ਸੱਚਮੁੱਚ ਅਨੁਭਵ ਕਰ ਲੈਣਾ, ਸਾਹਿਬ ਜੀ ਬਚਨ ਫਰਮਾ ਰਹੇ ਹਨ, ਇਹ ਹੈ ਅਸਲੀ ਰਾਹ। ਤੇ ਸਾਹਿਬ ਕਹਿੰਦੇ ਜੋ ਵੀ ਆਇਆ ਸੰਸਾਰ ਵਿੱਚ ਸਭ ਨੇ ਚਲੇ ਜਾਣਾ ਹੈ, ਕੇਵਲ ਅਮਰ ਹੈ, ਅਬਿਨਾਸ਼ੀ ਹੈ, ਗੁਰੂ ਜੋ ਕਰਤਾਰ ਰੂਪ ਹੈ। ਜਿੰਨੇ ਨਹੀਂ ਕਦੇ ਮਰਨਾ, ਜੋ ਨਹੀਂ ਕਦੇ ਮਰਿਆ, ਕਿਉਂਕਿ ਜਿਹਦਾ ਜਨਮ ਹੋਇਆ ਉਹਦੀ ਮੌਤ ਅਵਸ਼ ਹੈ। ਜਨਮ ਦਾ ਵਿਰੋਧੀ ਸ਼ਬਦ ਹੀ ਮਰਨਾ ਹੈ। ਇਸ ਕਰਕੇ ਸਾਧ ਸੰਗਤ ਕੇਵਲ ਇੱਕ ਗੁਰੂ ਮਾਲਕ ਹੀ ਮੌਤ ਤੋਂ ਰਹਿਤ, ਕਿਉਂਕਿ ਗੁਰੂ ਦਾ ਜਨਮ ਨਹੀਂ ਹੁੰਦਾ। ਜਨਮ ਮਰਨਾ ਦੋਹੋਂ ਮੈਂ ਨਾਹੀ, ਜਨ ਪਾਰੇ ਉਪਕਾਰੀ ਆਏ। ਉਹਨਾਂ ਦਾ ਇਸੇ ਕਰਕੇ ਆਪਾਂ ਕਹਿੰਦੇ ਹਾਂ ਪ੍ਰਕਾਸ਼ ਦਿਹਾੜਾ, ਜਦੋਂ ਗਏ ਨੇ ਸੰਸਾਰ ਦੇ ਵਿੱਚੋਂ ਸਰੀਰਕ ਜਾਮੇ ਦੇ ਅੰਦਰੋਂ, ਇੱਥੇ ਹੈ ਜੋਤ। ਇਹ ਉਸ ਸਮੇਂ ਨੂੰ ਆਖਿਆ ਜਾਂਦਾ ਜੋਤੀ ਜੋਤ ਦਿਹਾੜਾ। ਸਾਹਿਬ ਜੀ ਕਹਿੰਦੇ ਅਮਰ ਗੁਰ ਕਰਤਾਰ, ਭੀ ਸੱਚਾ ਸਲਾਹਣਾ ਸੱਚੇ ਥਾਨ ਪਿਆਰ। ਇਸ ਕਰਕੇ ਸੱਚੇ ਥਾਂ, ਸੱਚੇ ਥਾਂ ਦਾ ਮਤਲਬ ਹੈ ਸਾਧ ਸੰਗਤ ਵਿੱਚੋਂ ਪਿਆਰ ਪਾ ਕੇ ਪਰਮਾਤਮਾ ਦੀ ਸਿਫਤੋ ਸਲਾਹ ਵਿੱਚ ਲੱਗਣਾ ਚਾਹੀਦਾ ਹੈ। ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ ਤਾਂ ਕਿ ਜ਼ਿੰਦਗੀ ਦੀਆਂ ਘੜੀਆਂ ਸਫਲ ਹੋ ਜਾਣ। ਇਹੀ ਕੁਝ ਹੈ ਨੇਕ ਨੀਅਤ ਦਾ ਕੀਤਾ ਹੋਇਆ ਭਲਾ ਕੰਮ, ਜੋ ਜਪਿਆ ਪਰਮਾਤਮਾ ਦਾ ਨਾਮ ਹੈ, ਇਹੀ ਨਾਲ ਜਾਣ ਵਾਲਾ ਹੈ। ਬਾਕੀ ਸਭ ਕੁਝ ਇੱਥੇ ਰਹਿਣਾ ਹੈ। ਦਰ ਘਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ। ਸਤਿਗੁਰੂ ਜੀ ਕਹਿੰਦੇ ਨੇ ਬੜੇ ਬੜੇ ਸੋਹਣੇ ਘਰ, ਤੇ ਸਤਿਗੁਰੂ ਕਹਿੰਦੇ ਬੜੇ ਬੜੇ ਵੱਡੇ ਮਹੱਲ, ਬੜੇ ਬੜੇ ਸੋਹਣੇ ਤੇ ਜਿਹੜੇ ਮਹੱਲ ਹਨ, ਘਰ ਹਨ, ਤੇ ਉਹਨਾਂ ਨੂੰ ਲੱਗੇ ਵੱਡੇ ਵੱਡੇ ਦਰਵਾਜ਼ੇ ਹਨ। ਪੱਕੇ ਕੋਟ ਹਜ਼ਾਰ, ਕੋਟ ਆਖੀਦਾ ਸਾਧ ਸੰਗਤ ਕਿਲੇ ਨੂੰ, ਪੱਕੇ ਬਣੇ ਹੋਏ ਹਜ਼ਾਰਾਂ ਵੱਡੇ ਵੱਡੇ ਕਿਲੇ। ਗਰੀਬ ਨਵਾਜ ਜੀ ਕਹਿੰਦੇ ਹਨ ਅਸਤੀ ਘੋੜੇ ਪਾਖਰੇ ਲਸ਼ਕਰ ਲੱਖ ਅਪਾਰੋ। ਅਸਤੀ ਦਾ ਮਤਲਬ ਹੋ ਗਿਆ ਸਾਧ ਸੰਗਤ ਹਾਥੀ, ਫਿਰ ਘੋੜੇ, ਪਾਖਰੇ ਦਾ ਮਤਲਬ ਹੁੰਦਾ ਹੈ ਉਹਨਾਂ ਉੱਤੇ ਪਾਈਆਂ ਹੋਈਆਂ ਬੇਸ਼ੁਮਾਰ ਕੀਮਤੀ ਕਾਠੀਆਂ, ਤੇ ਲੱਖਾਂ ਜਿਹੜੇ ਲਸ਼ਕਰ ਹਨ, ਜਿਹੜੀਆਂ ਫੌਜਾਂ ਹਨ। ਇਹ ਸਭ ਇਸ ਤਰ੍ਹਾਂ ਨਾਲ ਜੋ ਵੀ ਕੁਝ ਹੈ ਕਿਸ ਦੀ ਨਾਲ ਨਾ ਚੱਲਿਆ, ਖੱਪ ਖੱਪ ਹੋਏ ਅਸਾਰ। ਅਸਾਰ ਆਖੀਦਾ ਅਚੇਤ ਬੰਦੇ ਨੂੰ, ਗਾਫਲ ਬੰਦੇ ਨੂੰ, ਮੂਰਖ ਬੰਦੇ ਨੂੰ। ਮਹਾਰਾਜ ਸਾਹਿਬ ਜੀ ਕਹਿੰਦੇ ਇਹ ਮੂਰਖ ਇਨਸਾਨ
ਖੱਪ ਖੱਪ ਕੇ ਮਰ ਗਿਆ ਸੰਸਾਰ ਦੇ ਅੰਦਰ। ਇਹ ਸਭ ਕੁਝ ਜੋ ਵੀ ਦਿਖਾਈ ਦੇ ਰਿਹਾ ਇਹਦੇ ਵਿੱਚੋਂ ਕੁਝ ਵੀ ਨਾਲ ਜਾਣ ਵਾਲਾ ਨਹੀਂ, ਸਭ ਨੂੰ ਇੱਥੇ ਛੱਡ ਕੇ ਇਹਨੇ ਖਾਲੀ ਹੱਥ ਆਖੀਰ ਨੂੰ ਤੁਰ ਪੈਣਾ ਹੈ। ਸੱਚੇ ਪਾਤਸ਼ਾਹ ਮਹਾਰਾਜ ਦੀ ਸਾਧ ਸੰਗਤ ਪਾਵਨ ਬਾਣੀ ਦੇ ਵਿੱਚ ਬਚਨ ਇਹ ਆਇਆ, ਅੱਜ ਆਪਾਂ ਨੂੰ ਸੱਚੇ ਪਾਤਸ਼ਾਹ ਨੇ ਸਮਝਾਇਆ ਹੈ ਕਿ ਮੌਤ ਨੂੰ ਆਪਣੇ ਦਿਲੋਂ ਪ੍ਰਵਾਨ ਕਰਨਾ ਚਾਹੀਦਾ ਹੈ ਤੇ ਸਾਧ ਸੰਗਤ ਕਰਨੀ ਚਾਹੀਦੀ, ਨਾਮ ਜਪਣਾ ਚਾਹੀਦਾ। ਜੋ ਅਮਰ ਅਬਿਨਾਸ਼ੀ ਵਸਤੂ ਹੈ, ਨਾਮ ਇਹੀ ਨਾਲ ਜਾਣ ਵਾਲਾ ਹੈ। ਸੱਚੇ ਪਾਤਸ਼ਾਹ ਗਰੀਬ ਨਵਾਜ ਦਾ ਸਾਧ ਸੰਗਤ ਦੇ ਇੱਕ ਬਚਨ ਹੈ ਸ਼ਹੀਦਾਂ ਦੇ ਸਰਤਾਜ ਦਾ ਜੈਤ ਸਰੀ ਰਾਗ ਦੇ ਅੰਦਰ। ਗਰੀਬ ਨਵਾਜ ਦੇ ਪਾਵਨ ਅੰਗ 700 ਦੇ ਉੱਪਰ ਇਹ ਬਚਨ ਸੁਭਾਏਮਾਨ ਹੈ। ਸੱਚੇ ਪਾਤਸ਼ਾਹ ਨਾਨਕ ਨਿਰੰਕਾਰੀ ਸਾਹਿਬ ਦੀ ਪੰਜਵੀਂ ਜੋਤ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਹਨ, ਜੈਤ ਸਰੀ ਮਹੱਲਾ ਪੰਜਵਾਂ। ਸਾਹਿਬ ਜੀ ਕਹਿੰਦੇ ਕਿ ਕਿਸ ਹੀ ਕੋਈ ਕੋਏ, ਮਹਾਰਾਜ ਦਾ ਬਚਨ ਆਉਂਦਾ ਬਾਣੀ ਦੇ ਅੰਦਰ, ਕਿਸ ਹੀ ਕੋਈ ਕੋਏ ਮਨ ਨਿਮਾਣੀ, ਇੱਕ ਤੂੰ ਕਿਉਂ ਨਾ ਬਰੀਜੈ ਰੋਏ, ਜਾ ਲਖ ਚਿਤ ਨਾ ਆਵੇ। ਮਹਾਰਾਜ ਕਹਿੰਦੇ ਨੇ ਕਿ ਪ੍ਰਮਾਤਮਾ ਦਾ ਨਾਮ ਚਿੱਤੇ ਨਹੀਂ ਆਇਆ ਤੇ ਰੋ ਰੋ ਕੇ ਮਰ ਕਿਉਂ ਨਹੀਂ ਜਾਂਦਾ। ਮਤਲਬ ਵਾਹਿਗੁਰੂ ਦਾ ਨਾਮ ਜਿਹੜਾ ਉਹੀ ਨਾਲ ਨਿਭਣ ਵਾਲੀ ਸਦੀਵ ਕਾਲ ਵਸਤੂ ਹੈ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਪਵਿੱਤਰ ਬਾਣੀ ਦੇ ਵਿੱਚ ਬਚਨ ਫਰਮਾਉਂਦੇ ਹਨ ਕਿ ਕਿਸੇ ਵਿਰਲੇ ਨੇ ਇਹ ਗੱਲ ਸਮਝੀ ਹੈ ਕਿ ਸੰਸਾਰ ਵਿੱਚੋਂ ਨਾਲ ਜਾਣ ਵਾਲਾ ਕੁਝ ਨਹੀਂ। ਮਹਾਰਾਜ ਦਾ ਬਚਨ ਜੈਤ ਸਰੀ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਕੋਈ ਜਾਣੈ ਕਵਣ ਇਹਾਂ ਜਗ ਮੀਰ। ਮਹਾਰਾਜ ਦਾ ਪਾਵਨ ਅੰਗ 700। ਕੋਈ ਜਾਣੈ ਕਵਣ ਇਹਾਂ ਜਗ ਮੀਰ, ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ ਤਾਕੀ ਨਿਰਮਲ ਰੀਤ। ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰਦਾ, ਮਹਾਰਾਜ ਜੀ ਕਹਿੰਦੇ ਉਹ ਬੁਝਦਾ ਇਹ ਗੱਲ ਨੂੰ, ਉਹਨੂੰ ਸਮਝ ਪੈਂਦੀ ਹੈ, ਉਹਨੂੰ ਵਾਹਿਗੁਰੂ ਸਮਝਾ ਦਿੰਦਾ ਹੈ ਵੀ ਸੰਸਾਰ ਦੇ ਵਿੱਚ ਇੱਕ ਪਰਮਾਤਮਾ ਹੀ ਹੈ ਜਿਹੜਾ ਅਸਲੀ ਸਾਥੀ ਹੈ। ਮਹਾਰਾਜ ਦਾ ਪਵਿੱਤਰ ਬਚਨ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਕੋਈ ਜਾਣੈ ਕਵਣ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ ਤਾਕੀ ਨਿਰਮਲ ਰੀਤ। ਰਹਾਉ ਅੱਗੇ ਬਚਨ ਹੈ ਸਤਿਗੁਰੂ ਕਹਿੰਦੇ, ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ। ਇਹ ਸਾਰੇ ਸਾਧ ਨੇ ਜਿਹੜੇ ਆਪਣੇ ਨੇ ਸੰਸਾਰ ਦੇ ਅੰਦਰ। ਉਂਝ ਜਿੰਨੇ ਸਾਧ ਨੇ ਉਹਨਾਂ ਦੀਆਂ 3 ਪ੍ਰਣਾਲੀਆਂ ਹੁੰਦੀਆਂ ਨੇ। ਸਾਧ ਸੰਗਤ ਜਦੋਂ ਆਪਣਾ ਜਨਮ ਹੋਇਆ 2 ਪ੍ਰਣਾਲੀਆਂ ਦੇ ਉਦੋਂ ਹੀ ਮਿਲ ਗਈਆਂ ਆਪਾਂ ਨੂੰ। ਮਾਂ ਵੱਲੋਂ ਮਿਲਦਾ ਨਾਨਕਾ ਪਰਿਵਾਰ ਤੇ ਪਿਓ ਵੱਲੋਂ ਮਿਲਦਾ ਦਾਦਕਾ ਪਰਿਵਾਰ। ਫਿਰ ਜਦੋਂ ਵਿਆਹ ਹੁੰਦਾ ਹੈ ਨਾ, ਉਦੋਂ ਰਿਸ਼ਤੇ ਦੀ ਤੀਜੀ ਪ੍ਰਣਾਲੀ ਜ਼ਿੰਦਗੀ ਦੇ ਅੰਦਰ ਮਿਲਦੀ ਹੈ, ਉਹਨੂੰ ਆਖੀਦਾ ਸਹੁਰਾ ਪਰਿਵਾਰ। ਤਮਾਮ ਰਿਸ਼ਤੇ ਨਾਲ 3 ਪ੍ਰਣਾਲੀਆਂ ਦੇ ਵਿੱਚੋਂ ਨਿਕਲਦੇ। ਕਿਸੇ ਨਾਲ ਵੀ ਕੋਈ ਰਿਸ਼ਤਾ ਹੈ ਉਹ ਜਾਂ ਤੇ ਸਹੁਰੇ ਪਰਿਵਾਰ ਚੋਂ ਹੋਵੇਗਾ, ਜਾਂ ਦਾਦਕੇ ਪਰਿਵਾਰ ਚੋਂ ਹੋਵੇਗਾ, ਜਾਂ ਨਾਨਕਾ ਪਰਿਵਾਰ ਚੋਂ ਹੋਵੇਗਾ। ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਮਾਤ ਪਿਤਾ ਬੰਤਾ ਸੁਤ। ਬੰਤਾ ਦਾ ਮਤਲਬ ਘਰ ਵਾਲੀ, ਸੁਤ ਦਾ ਮਤਲਬ ਪੁੱਤਰ। ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੈ ਸੰਜੋਗੀ, ਅੰਤੈ ਕੋ ਨਾ ਸਹਾਈ। ਮਹਾਰਾਜ ਕਹਿੰਦੇ, ਮੁਕਤ ਮਾਲ ਕਨਕ ਲਾਲ ਹੀਰਾ, ਮਨੋਰੰਜਨ ਕੀ ਮਾਇਆ। ਹਾਂ ਹਾਂ ਕਰਤ ਬਿਹਾਨੀ ਅਵਦਹ, ਤਾਂ ਮੈਂ ਸੰਤੋਖ ਨ ਪਾਇਆ। ਹਸਤ ਰਥ ਅਸਵ ਪਵਨ ਤੇਜ। ਮਹਾਰਾਜ ਕਹਿੰਦੇ ਵੱਡੇ ਵੱਡੇ ਹਾਥੀ, ਵੱਡੇ ਵੱਡੇ ਰਥ ਤੇ ਜਿਹੜੇ ਘੋੜੇ ਇਹੋ ਜਿਹੇ ਚੰਚਲ, ਇਹਨੇ ਸ਼ਕਤੀਸ਼ਾਲੀ ਤਾਕਤਵਰ ਘੋੜੇ ਜਿਹੜੇ ਹਵਾ ਦੀ ਗਤੀ ਨੂੰ ਵੀ ਮਾਤ ਪਾਉਂਦੇ ਹੋਣ। ਹਸਤ ਰਥ ਅਸਵ ਪਵਨ ਤੇਜ, ਧਨੀ ਘੁੰਮਣ ਚਤਰੰਗਾ। ਧਨੀ ਹੋਵੇ, ਬੜੀ ਜ਼ਮੀਨ ਦਾ ਮਾਲਕ ਹੋਵੇ। ਤੇ ਮਹਾਰਾਜ ਕਹਿੰਦੇ ਚਤਰੰਗਾ, ਚਤਰੰਗਾ ਦਾ ਮਤਲਬ 4 ਤਰ੍ਹਾਂ ਦੀਆਂ ਫੌਜਾਂ ਦਾ ਮਾਲਕ ਹੋਵੇ। ਧਨੀ ਘੁੰਮਣ ਚਤੁਰੰਗਾ, ਸੰਗ ਨਾ ਚਾਲਿਓ ਇਨ ਮੈਂ ਕਛੁਐ, ਊਠ ਸਧਾਇਓ ਨੰਗਾ। ਹਰ ਕੇ ਸੰਤ ਪ੍ਰਿਯ ਪ੍ਰੀਤਮ, ਪ੍ਰਭ ਕੇ ਤਾਕੇ ਹਰ ਹਰ ਗਈਐ। ਨਾਨਕ ਇਹਾਂ ਸੁਖ ਆਗੇ ਮੁਖ ਉਜਲ। ਜੇ ਕਿਤੇ ਕੋਈ ਵੱਡੇ ਭਾਗਾਂ ਵਾਲਾ ਸੰਤਾਂ ਦਾ ਸੰਗ ਕਰੇ, ਨਾਮ ਜਪਣ ਵਾਲਿਆਂ ਦੀ ਸੰਗਤ ਕਰੇ, ਇਸ ਸੰਸਾਰ ਵਿੱਚ ਉਹਨੂੰ ਸੁੱਖ ਮਿਲਦਾ, ਅੱਗੇ ਉਹਦਾ ਮੂੰਹ ਉਜਲ ਹੁੰਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਆਗੇ ਮੁਖ ਉਜਲ ਸੰਗ ਸੰਤਨ ਕੇ ਪਾਈਐ।
इस तरह ਸਾਹਿਬ ਦਾ ਬਚਨ ਹੁੰਦਾ। बड़े बचन ने ਸਾਹਿਬ ਦੀ ਬਾਣੀ ਦੇ ਅੰਦਰ, जिथे महाराज ने ਸਾਨੂੰ ਹਲੂਣਿਆ, ਜਿਵੇਂ ਕਿਸੇ ਸੁੱਤੇ ਨੂੰ ਉਠਾਇਆ ਜਾਏ ਵੀ ਤੂੰ ਉੱਠ, ਗਫਲਤ ਪੁਣੇ ਦੀ ਨੀਂਦ ਵਿੱਚ ਸੁੱਤਾ ਹੋਇਆ ਹੈ, ਸੰਸਾਰ ਦੇ ਵਿੱਚ ਜਿਹਨੂੰ ਤੂੰ ਆਪਣਾ ਮੰਨੀ ਬੈਠਾ, ਇੱਥੇ ਕੁਝ ਵੀ ਆਪਣਾ ਨਹੀਂ, ਬੰਦਗੀ ਕਰ, ਨਾਮ ਜਪਣ ਦੀ ਆਰ ਦੇ ਵਿੱਚ ਲੱਗ, ਤਾਂ ਕਿ ਤੇਰਾ ਜੀਵਨ ਸਫਲ ਹੋ ਸਕੇ। ਸੱਚੇ ਪਾਤਸ਼ਾਹ ਦੀ ਰਹਿਮਤ ਕਰਨ, ਮਹਾਰਾਜ ਦੇ ਬਚਨ ਹਿਰਦੇ ਵਸਣ। ਸਾਹਿਬ ਸੱਚੇ ਪਾਤਸ਼ਾਹ ਬਾਬਾ ਨਾਨਕ ਜੀ ਚਲਦਿਆਂ ਚਲਦਿਆਂ ਸਾਧ ਸੰਗਤ ਕਲਕੱਤੇ ਦੀ ਧਰਤੀ ਉੱਤੇ ਜਦੋਂ ਗਏ, ਜਿਹੜਾ ਉੱਥੇ ਦਾ ਇਤਿਹਾਸ ਹੈ ਨਾ, ਉਹਦੇ ਵਿੱਚ ਲਿਖਿਆ ਕਿ 500 ਵੈਗੁਰੂ 1510 ਈਸਵੀ ਨੂੰ ਮਹਾਰਾਜ ਜੀ ਗਏ ਨੇ ਕਲਕੱਤੇ। ਬਾਬਾ ਨਾਨਕ ਨਿਰੰਕਾਰੀ ਸੱਚੇ ਪਾਤਸ਼ਾਹ ਮਹਾਰਾਜ, ਜਿਹੜਾ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਦਾਸ ਨੂੰ ਦਰਸ਼ਨਾਂ ਦੇ ਸੁਭਾਗ ਮਿਲੇ। ਬੜਾ ਬਾਜ਼ਾਰ ਗੁਰਦੁਆਰਾ ਸਾਹਿਬ, ਸਾਧ ਸੰਗਤ ਕਾਫੀ ਉੱਚਾ ਗੁਰੂ ਘਰ, ਥੋੜੇ ਜਿਹੇ ਥਾਂ ਦੇ ਵਿੱਚ ਬੜੀਆਂ ਉੱਚੀਆਂ ਮੰਜ਼ਲਾਂ ਇਹਦੀਆਂ, ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਮਹਾਰਾਜ ਦੀ ਯਾਦ ਦੇ ਅੰਦਰ। ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਜਗ੍ਹਾ ਦੇ ਉੱਪਰ ਜਦੋਂ ਗਏ ਹਨ, ਇਤਿਹਾਸ ਇਹ ਕਹਿੰਦਾ ਹੈ ਕਿ ਉਦੋਂ ਉੱਥੇ ਮਹਾਮਾਰੀ ਦੀ ਬੜੀ ਸਾਧ ਸੰਗਤ ਭਿਅੰਕਰ ਬਿਮਾਰੀ ਲੱਗੀ ਹੋਈ ਸੀ, ਪ੍ਰਕੋਪ ਸੀ ਮਹਾਮਾਰੀ ਦਾ, ਲੋਕ ਠੀਕ ਨਹੀਂ ਸਨ ਹੋ ਰਹੇ, ਬੜੀਆਂ ਮੌਤਾਂ ਹੋ ਰਹੀਆਂ ਸਨ। ਤੇ ਜਿਹੜਾ ਉੱਥੋਂ ਦਾ ਰਾਜਾ ਸਾਧ ਸੰਗਤ ਭਗਤ ਸਿੰਘ ਖੱਤਰੀ, ਉਸ ਇਲਾਕੇ ਦਾ ਰਾਜਾ, ਉਹਦੇ ਦੀਵਾਨ ਸੁਖਪਾਲ ਨੂੰ ਪਤਾ ਲੱਗਾ ਬਾਬਾ ਨਾਨਕ ਮਹਾਰਾਜ ਜੀ ਆਏ ਨੇ ਸੁੱਖਾਂ ਦੇ ਸਾਗਰ। ਸਾਧ ਸੰਗਤ ਸੁਖਪਾਲ ਮਹਾਰਾਜ ਦੇ ਕੋਲ ਆਇਆ ਦੀਵਾਨ, ਉਹ ਦੀਵਾਨ ਨੇ ਆ ਕੇ ਆਖਿਆ, ਮਹਾਰਾਜ ਜੀ ਕਿਰਪਾ ਰਹਿਮਤ ਕਰੋ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਮਹਾਰਾਜ ਰਾਜ ਦੁਆਰੇ ਚਰਨ ਪਾਓ ਤੇ ਪ੍ਰਜਾ ਨੂੰ ਸੁਖ ਬਖਸ਼ੋ। ਸੱਚੇ ਪਾਤਸ਼ਾਹ ਮਹਾਰਾਜ ਦੀਵਾਨ ਸੁਖਪਾਲ ਦੁਆਰਾ ਭੇਜੀ ਹੋਈ ਪਾਲਕੀ ਦੇ ਅੰਦਰ ਬੈਠ ਕੇ ਰਾਜ ਦੁਆਰੇ ਚਲੇ ਗਏ। ਰਾਜੇ ਭਗਤ ਸਿੰਘ ਖੱਤਰੀ ਨੂੰ ਮਹਾਰਾਜ ਸਾਹਿਬ ਜੀ ਮਿਲੇ ਤੇ ਗਰੀਬ ਨਵਾਜ ਨੂੰ ਜਦੋਂ ਉਹਨੇ ਬੇਨਤੀ ਕੀਤੀ, ਤੇ ਮਹਾਰਾਜ ਨੇ ਸਾਧ ਸੰਗਤ ਇਤਿਹਾਸ ਇਹ ਕਹਿੰਦਾ ਹੈ, ਬਸੰਤ ਮਹੱਲਾ ਪਹਿਲਾ ਜਿਹੜਾ ਸ਼ਬਦ ਹੈ, ਚੰਚਲ ਚੀਤ ਨਾ ਪਾਵੈ ਪਾਰਾ, ਇਹ ਜਿਹੜਾ ਸ਼ਬਦ ਹੈ ਮਹਾਰਾਜ ਨੇ ਉੱਥੇ ਉਚਾਰਨ ਕੀਤਾ ਸਾਰਾ ਸ਼ਬਦ। ਤੇ ਮਹਾਰਾਜ ਨੇ ਜਦੋਂ ਸ਼ਬਦ ਸੁਣਾਇਆ, ਉਸ ਤੋਂ ਬਾਅਦ ਇਹ ਆਖਿਆ ਵੀ ਤੁਸੀਂ ਸਤ ਸੰਗਤ ਕਰਿਆ ਕਰੋ, ਦੋਨੋਂ ਵੇਲੇ ਰੱਬ ਦੀ ਬੰਦਗੀ ਕਰਿਆ ਕਰੋ। ਇਸ ਤਰ੍ਹਾਂ ਜਿਹੜਾ ਮਹਾਮਾਰੀ ਦਾ ਪ੍ਰਕੋਪ ਸੀ ਉਸ ਇਲਾਕੇ ਦੇ ਵਿੱਚੋਂ ਖਤਮ ਹੋ ਗਿਆ। ਇਹ ਸਾਧ ਸੰਗਤ ਬਕਾਇਦਾ ਵੇਖੋ, ਜਿਹੜੀ ਸਾਹਿਬ ਦੀ ਬਾਣੀ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨੂੰ ਕਿਸੇ ਨਾ ਕਿਸੇ ਸਾਖੀ ਦੇ ਪਰਥਾਏ ਲਿਖਿਆ, ਦੁਨੀਆ ਦੇ ਭਲੇ ਦੇ ਵਾਸਤੇ। ਇਸ ਕਰਕੇ ਜਿਹੜਾ ਸ਼ਬਦ ਦਾ ਜਾਪ ਹੁੰਦਾ, ਉਹਦਾ ਮਹੱਤਵ ਜ਼ਰੂਰ ਹੁੰਦਾ ਹੈ, ਫਲਾਦੇਸ਼ ਹੁੰਦਾ ਹੈ, ਪਰ ਉਹ ਨਿਰਭਰ ਕਰਦਾ ਵੀ ਆਪਾਂ ਕਿਹੜੇ ਸ਼ਬਦ ਦਾ ਜਾਪ ਕਰ ਰਹੇ ਹਾਂ, ਉਹਦਾ ਫਲ ਆਪਾਂ ਨੂੰ ਮਿਲਣਾ ਹੀ ਮਿਲਣਾ ਹੈ। ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਬਚਨ ਆਖੇ, ਜਦੋਂ ਸਤਿਗੁਰੂ ਜੀ ਸ਼ਬਦ ਸੁਣਾਉਂਦੇ ਨੇ, ਉਹ ਸ਼ਬਦ ਦੇ ਵਿੱਚ ਇੰਨੀ ਸ਼ਕਤੀ ਹੁੰਦੀ, ਇੰਨੀ ਤਾਕਤ ਹੁੰਦੀ, ਕਿਉਂਕਿ ਸੁਣਾਉਣ ਵਾਲਾ ਆਪ ਰੱਬ ਹੈ। ਉਹਦੇ ਵਾਈਬ੍ਰੇਸ਼ਨ ਜਿਹੜੀਆਂ ਉਹਦੀਆਂ ਤਰੰਗਾਂ ਹੀ ਇਲਾਕੇ ਵਿੱਚ ਫੈਲ ਜਾਂਦੀਆਂ ਨੇ। ਇਸ ਤਰ੍ਹਾਂ ਇਹ ਇਲਾਕਾ ਜਿਹੜਾ ਸੁਖੀ ਹੋ ਗਿਆ ਤੇ ਲੋਕ ਸਤ ਸੰਗਤ ਕਰਨ ਲੱਗ ਪਏ। ਮਹਾਰਾਜ ਜੀ ਉੱਥੋਂ ਚੱਲੇ ਆਪਣੇ ਸਾਥੀ ਦੇ ਨਾਲ। ਮਹਾਰਾਜ ਜੀ ਇੱਥੋਂ ਜਦੋਂ ਚੱਲੇ ਨੇ ਤੇ ਦੱਖਣ ਦੇ ਵੱਲ ਇਹ ਮੂੰਹ ਕਰਕੇ ਮਹਾਰਾਜ ਦੱਖਣ ਦਿਸ਼ਾ ਵੱਲ ਨੂੰ, ਸਮੁੰਦਰ ਦੇ ਕਿਨਾਰੇ ਕਿਨਾਰੇ ਸਾਧ ਸੰਗਤ ਆ ਗਏ। ਗਰੀਬ ਨਵਾਜ ਜਿੱਥੇ ਅੱਜ ਕੱਲ੍ਹ ਉੜੀਸਾ ਹੈ, ਇੱਥੇ ਸਾਧ ਸੰਗਤ ਉੜੀਸਾ ਦੇ ਵਿੱਚ ਜਗਨਨਾਥ ਪੁਰੀ ਦਾ ਮੰਦਰ, ਜਿਹੜਾ ਜਗਤ ਦਾ ਨਾਥ ਮੰਨਿਆ ਜਾਂਦਾ, ਜਗਦੀਸ਼ਰ ਭਾਵ ਸ੍ਰੀ ਕ੍ਰਿਸ਼ਨ ਜੀ, ਉਹਦੀਆਂ ਇਹਦੇ ਵਿੱਚ ਸਾਧ ਸੰਗਤ, ਮੈਂ ਉਹ ਪੜਿਆ ਵੀ ਨਗਨ ਮੂਰਤੀਆਂ ਸੁਭਦਰਾ ਦੀਆਂ, ਬਲਭੱਦਰ ਦੀਆਂ, ਤੇ ਸਾਧ ਸੰਗਤ ਦੇ ਬੜਾ ਵੱਡਾ ਮੰਦਰ। ਅੱਜ ਵੀ ਇਸ ਮੰਦਰ ਦੀ ਬੜੀ ਮਾਨਤਾ ਹੈ। ਬਕਾਇਦਾ ਸਮੁੰਦਰੀ ਕਿਨਾਰਾ ਹੋਣ ਕਰਕੇ, ਬੰਦਰਗਾਹ ਹੋਣ ਕਰਕੇ, ਜਿਹੜੇ ਦਿਨਾਂ ਦੇ ਵਿੱਚ ਮੇਲਾ ਲੱਗਦਾ ਹੈ, ਲੋਕ ਵਿਦੇਸ਼ਾਂ ਵਿੱਚੋਂ ਸਾਧ ਸੰਗਤ ਜਾਂਦੇ ਹਨ ਤੇ ਆਪਣੀਆਂ ਹਾਜ਼ਰੀਆਂ ਭਰਦੇ ਨੇ ਉਸ ਮੇਲੇ ਦੇ ਅੰਦਰ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਅਸਥਾਨ ਦੇ ਉੱਤੇ ਗਏ, ਚਰਨ ਪਾਏ ਮਹਾਰਾਜ ਗਰੀਬ ਨਵਾਜ ਸਾਹਿਬ ਨੇ। ਸਾਧ ਸੰਗਤ ਇਹ ਜਿਹੜਾ ਮੰਦਰ ਹੈ, ਬਹੁਤ ਵੱਡਾ ਮੰਦਰ ਹੈ। ਜਦੋਂ ਮਹਿਮੂਦ ਗਜ਼ਨਵੀ ਨੇ ਭਾਰਤ ਦੇ ਉੱਪਰ ਹਮਲਾ ਕੀਤਾ ਤੇ ਉਹਨੇ ਸੋਮਨਾਥ ਦਾ ਮੰਦਰ ਲੁੱਟਿਆ, ਉਥੋਂ ਉਹਨੂੰ ਬੜਾ ਸੋਨਾ ਮਿਲਿਆ, ਹੀਰੇ ਜਵਾਹਰਾਤ ਮਿਲੇ। ਤੇ ਉਹ ਜਿਹੜਾ ਮਹਿਮੂਦ ਗਜ਼ਨਵੀ ਸੀ ਨਾ, ਇਹ ਜਿਹੜੇ ਰਾਜੇ ਹੁੰਦੇ ਜਿੱਥੇ ਚਤੁਰ ਹੁੰਦੇ ਉੱਥੇ ਸਿਆਣੇ ਵੀ ਬੜੇ ਹੁੰਦੇ ਨੇ। ਉਹਨੇ ਫਿਰ ਸਲਾਹ ਲਈ ਸੀ ਵੀ ਹੋਰ ਕਿਹੜੇ ਕਿਹੜੇ ਮੰਦਰ ਨੇ ਭਾਰਤ ਦੀ ਧਰਤੀ ਉੱਤੇ, ਹਿੰਦੁਸਤਾਨ ਦੇ ਵਿੱਚ।
ਉਹਨਾਂ ਦੇ ਵਿੱਚ ਸਾਧ ਸੰਗਤ ਜ਼ਿਕਰ ਆਉਂਦਾ ਵੀ ਇਹ ਜਿਹੜਾ ਮੰਦਰ ਹੈ ਜਗਨਨਾਥ ਪੁਰੀ ਦਾ ਮੰਦਰ, ਇਹਦੇ ਉੱਤੇ ਵੀ ਹਮਲਾ ਕੀਤਾ, ਇੱਥੇ ਵੀ ਲੁੱਟ ਮਚਾਈ ਸੀ ਮਹਿਮੂਦ ਗਜ਼ਨਵੀ ਨੇ। ਇਹ ਜਿਹੜਾ ਮੰਦਰ ਹੈ, ਇਹ ਮੰਦਰ ਸਾਧ ਸੰਗਤ ਦੀ 655 ਫੁੱਟ ਲੰਮਾ, 644 ਫੁੱਟ ਚੌੜਾ, 192 ਫੁੱਟ ਉੱਚਾ ਤੇ 22 ਇਹਦੀਆਂ ਪੌੜੀਆਂ, ਇਰਦ ਗਿਰਦ ਜਿਹੜੀ ਚਾਰ ਦੀਵਾਰੀ ਹੈ ਬਾਹਰਲੇ ਬੰਨੇ ਉਹ 24 ਫੁੱਟ ਉੱਚੀ। ਇਸ ਤਰ੍ਹਾਂ ਦਾ ਹੈ ਬੜਾ ਵੱਡਾ ਮੰਦਰ। ਈਸਾਈਆਂ ਨੂੰ ਇੱਧਰ ਜਾਣ ਦਾ ਹੁਕਮ ਨਹੀਂ। ਔਰ ਸਾਧ ਸੰਗਤ ਇਹ ਜਿਹੜਾ ਇਲਾਕਾ ਹੈ ਸਮੁੰਦਰੀ ਇਲਾਕਾ ਹੋਣ ਕਰਕੇ ਇਤਿਹਾਸ ਇਹ ਕਹਿੰਦਾ ਵੀ ਲੋਕ ਜ਼ਿਆਦਾਤਰ ਮਾਛੀ ਕਿਸਮ ਦੇ ਸਨ, ਜਾਣੀ ਕਿ ਮੱਛੀਆਂ ਫੜਨੀਆਂ ਸਮੁੰਦਰ ਵਿੱਚੋਂ, ਨੰਗੇ ਰਹਿਣਾ, ਸਿਰ ਵੀ ਜ਼ਿਆਦਾਤਰ ਨੰਗੇ ਹੁੰਦੇ ਸਨ ਤੇ ਗਰੀਬ ਲੋਕ ਲੱਕੜਾਂ ਲੈ ਕੇ ਆਉਣੀਆਂ ਜੰਗਲ ਵਿੱਚੋਂ। ਇੱਥੇ ਮਹਾਰਾਜ ਨੇ ਇਹਨਾਂ ਲੋਕਾਂ ਨੂੰ ਵਾਹਿਗੁਰੂ ਪਰਮਾਤਮਾ ਦੇ ਸਿਮਰਨ ਦੇ ਨਾਲ ਜੋੜਿਆ। ਕਹਿੰਦੇ ਨੇ ਜਗਨਨਾਥਪੁਰੀ ਦੇ ਰੱਬ ਦੇ ਸਾਧ ਸੰਗਤ ਰੱਥ ਦੇ ਜਦੋਂ ਜਿਹੜਾ ਕੋਈ ਰੱਸੇ ਖਿੱਚਦਾ ਉਹਦੇ ਪਾਪ ਦੂਰ ਹੁੰਦੇ ਨੇ। ਉਹਦੇ ਪਿੱਛੇ ਗੱਲ ਇਹ ਹੈ ਕਿ ਜਿਹੜੀ ਸਾਧ ਸੰਗਤ ਰੱਥ ਨਿਕਲਦਾ ਹੈ ਨਾ 6 ਕਿਲੋਮੀਟਰ ਜਨਕਪੁਰੀ ਵੱਲ ਨੂੰ ਰੱਥ ਦੀ ਯਾਤਰਾ ਜਦੋਂ ਨਿਕਲਦੀ ਹੈ, ਉਹ ਜਿਹੜੀ ਰੱਥ ਦੀ ਯਾਤਰਾ ਉਹਦੇ ਵਿੱਚ ਜਦੋਂ ਸਾਧ ਸੰਗਤ ਰੱਥ ਨਿਕਲਦਾ ਹੈ, 3 ਰੱਥ ਨਿਕਲਦੇ, ਉਹਦੇ ਵਿੱਚ ਇੱਕ ਰੱਥ ਹੈ ਸ੍ਰੀ ਕ੍ਰਿਸ਼ਨ ਜੀ ਦਾ ਰੱਥ, ਜਗਨਨਾਥ ਦਾ ਰੱਥ ਜਿਹੜਾ ਕੱਢਿਆ ਜਾਂਦਾ 16 ਪਹੀਏ ਰੱਥ ਦੇ ਤੇ 48 ਫੁੱਟ ਉੱਚਾ ਉਹ ਰੱਥ। ਸਾਧ ਸੰਗਤ ਇਸੇ ਤਰ੍ਹਾਂ ਨਾਲ ਬਲਭਦਰ ਜੀ ਦਾ ਰੱਥ, ਜਿਹੜਾ ਬਲਰਾਮ ਦਾ ਰੱਥ ਹੈ ਸਾਧ ਸੰਗਤ, ਉਹ 14 ਪਹੀਆਂ ਵਾਲਾ, ਉਹਦੇ ਪਹੀਏ ਘਟ ਗਏ, ਉਹ 14 ਪਹੀਆਂ ਵਾਲਾ ਤੇ 44 ਫੁੱਟ ਉੱਚਾ। ਇਸੇ ਤਰ੍ਹਾਂ ਜਿਹੜਾ ਸੁਭਦਰਾ ਦਾ ਰੱਥ ਹੈ ਉਹ 12 ਪਹੀਆਂ ਵਾਲਾ ਤੇ 43 ਫੁੱਟ ਉੱਚਾ। ਇਹਦੇ ਜਿਹੜੇ ਭਗਤ ਨੇ ਉਹ ਰੱਸਿਆਂ ਨੂੰ ਫੜ ਕੇ ਖਿੱਚਦੇ ਹਨ। ਪੁਰਾਣੇ ਜ਼ਮਾਨੇ ਦੇ ਅੰਦਰ ਤੇ ਇਹਨਾਂ ਰੱਥਾਂ ਦੇ ਹੇਠਾਂ ਆ ਕੇ ਵੀ ਮਰ ਵੀ ਜਾਂਦੇ ਸਨ, ਕਿਉਂਕਿ ਮੁਕਤੀ ਦਾ ਸਾਧਨ ਸਮਝਿਆ ਜਾਂਦਾ ਸੀ। ਇਸ ਤਰ੍ਹਾਂ ਨਾਲ ਸੱਚੇ ਪਾਤਸ਼ਾਹ ਜੀ ਇਸ ਮੰਦਰ ਦੇ ਵਿੱਚ ਸੱਚੇ ਸਤਿਗੁਰੂ ਨੇ ਚਰਨ ਪਾਏ। ਜਿਹੜੇ ਪੁਰੀ ਦੇ ਵਿੱਚ ਮੰਦਰ ਸਨ, ਉੱਥੇ ਸਾਧ ਸੰਗਤ ਇਤਿਹਾਸ ਇਹ ਕਹਿੰਦਾ ਹੈ ਕਿ ਜਿਹੜੇ ਪੰਡਤ ਲੋਕ ਸਨ, ਬਾਮ ਮਾਰਗੀਆਂ ਦਾ ਮਹਾਰਾਜ ਦੀ ਉਹ ਜਦੋਂ ਗਏ ਨੇ ਉਦੋਂ ਬਹੁਤ ਜ਼ਿਆਦਾ ਬਾਮ ਮਾਰਗੀਆਂ ਦਾ ਪ੍ਰਭਾਵ ਸੀ। ਜਿਹੜੇ ਬਾਮ ਮਾਰਗੀਏ ਹਨ ਉਹ ਸਾਧ ਸੰਗਤ ਸ਼ਰਾਬਾਂ ਪੀਂਦੇ ਸਨ ਪੰਡਤ, ਤੇ ਇਸੇ ਤਰ੍ਹਾਂ ਨਾਲ ਉਹ ਔਰਤ ਜਾਤ ਦੀ ਬੜੀ ਨਿਰਾਦਰੀ ਕਰਦੇ ਸਨ ਤੇ ਝੂਠ ਦੀ ਪਰਵਾਹ ਨਹੀਂ ਸਨ ਕਰਦੇ। ਜਾਣੀ ਧਰਮ ਦੇ ਨਾਮ ਤੇ ਅਧਰਮ ਹੋ ਰਿਹਾ ਸੀ, ਉਪਦਰ ਬੜਾ ਹੋ ਰਿਹਾ ਸੀ। ਮਹਾਰਾਜ ਬਾਬਾ ਨਾਨਕ ਸੱਚੇ ਪਾਤਸ਼ਾਹ ਜੀ ਮੰਗੂ ਮੱਠ ਦੇ ਮੰਦਰ ਦੇ ਅੰਦਰ ਗਏ, ਉੱਥੇ ਸਾਧ ਸੰਗਤ ਮਹਾਰਾਜ ਸਾਹਿਬ ਜੀ ਠਹਿਰੇ ਨੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਸ਼ਾਮ ਦਾ ਵੇਲਾ ਹੈ, ਮੰਦਰ ਵਿੱਚ ਆਰਤੀ ਹੋਣ ਲੱਗੀ ਹੈ। ਜਦੋਂ ਜਗਨਨਾਥਪੁਰੀ ਦੇ ਮੰਦਰ ਵਿੱਚ ਆਰਤੀ ਹੋਣ ਲੱਗੀ ਹੈ ਤੇ ਸਾਧ ਸੰਗਤ ਥਾਲਾਂ ਦੇ ਵਿੱਚ ਜਦੋਂ ਦੀਵੇ ਜਗਾ ਕੇ ਫੁੱਲ ਪੁਸ਼ਪ ਇਤਿਆਦਿਕ ਮੋਤੀ ਰੱਖ ਕੇ ਆਰਤੀ ਲੱਗੇ ਪੰਡਤ ਉਤਾਰਨ, ਜਿਨ੍ਹਾਂ ਦੇ ਮਨਾਂ ਦੇ ਵਿੱਚ ਅਗਿਆਨਤਾ ਦਾ ਹਨੇਰਾ, ਜਿਨ੍ਹਾਂ ਨੂੰ ਖੁਦ ਨੂੰ ਧਰਮ ਦੀ ਕੋਈ ਜਰਾ ਜਿੰਨੀ ਸੋਝੀ ਨਹੀਂ, ਤੇ ਮਹਾਰਾਜ ਮੰਦਰ ਵਿੱਚੋਂ ਨਿਕਲ ਕੇ ਬਾਹਰ ਖੁੱਲੇ ਸਥਾਨ ਦੇ ਉੱਪਰ ਆ ਕੇ ਬਹਿ ਗਏ। ਸਾਧ ਸੰਗਤ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਜਿਹੜਾ ਉੜੀਸਾ ਦਾ ਰਾਜਾ ਗਜਪਤ ਤੇ ਜਿਹੜਾ ਕਟਕ ਦਾ ਰਾਜਾ ਸੀ, ਉਹ ਸਾਧ ਸੰਗਤ ਰਾਮ ਚੰਦਰ ਦਿਓ ਤੇ ਪੰਡਤ ਮੰਗਲ ਦੱਤ ਤੇ ਹੋਰ ਬਹੁਤ ਸਾਰੇ ਪੰਡਤ ਤੇ ਬ੍ਰਾਹਮਣ ਤੇ ਜਨਤਾ ਇਕੱਠੀ ਹੋ ਕੇ ਆਈ ਵੀ ਤੁਹਾਨੂੰ ਚੰਗਾ ਨਹੀਂ ਲੱਗਾ ਮੰਦਰ ਦੇ ਵਿੱਚ ਆਰਤੀ ਹੋਣ ਲੱਗੀ ਹੈ, ਆਰਤੀ ਦੇ ਵਿੱਚ ਤੁਸੀਂ ਸ਼ਮੂਲੀਅਤ ਨਹੀਂ ਕੀਤੀ। ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਉਸ ਵਕਤ ਮਹਾਕਵੀ ਕਵਿਰਾਜ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਮਹਾਰਾਜ ਬਾਬਾ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਿਹੜੀ ਤੁਹਾਡੀ ਆਰਤੀ ਹੈ ਬੜੀ ਸੀਮਤ ਦੀ ਆਰਤੀ ਹੈ, ਛੋਟੀ ਜੀ ਆਰਤੀ ਹੈ। ਵਾਹਿਗੁਰੂ ਬੜਾ ਵੱਡਾ, ਉਹਦੀ ਕਲਾ ਬੜੀ ਵੱਡੀ ਹੈ, ਉਹਦੀ ਵਡਿਆਈ ਬਹੁਤ ਵੱਡੀ ਹੈ। ਉਹਦੀ ਆਰਤੀ ਖੁਦ ਬਖੁਦ ਉਹਦੇ ਹੁਕਮ ਦੇ ਤਹਿਤ ਹੋ ਰਹੀ ਹੈ, ਕੁਦਰਤ ਉਹਦੀ ਆਰਤੀ ਕਰ ਰਹੀ ਹੈ। ਸੱਚੇ ਪਾਤਸ਼ਾਹ ਮਹਾਰਾਜ ਬਾਬਾ ਨਾਨਕ ਸੱਚੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਉਪਦੇਸ਼ ਦਿੱਤਾ ਤੇ ਮਹਾਰਾਜ ਦੇ ਜਿਹੜੇ ਬਚਨ ਸਨ ਇਹ ਧਿਆਨ ਦੇ ਨਾਲ ਸੁਣਨ ਲੱਗ ਪਏ। ਅਸਲ ਵਿੱਚ ਕਾਰਨ ਇਹ ਹੈ ਵੀ ਜਦੋਂ ਆਪ ਸਾਧ ਸੰਗਤ ਕੋਈ ਕਮਾਈ ਵਾਲਾ ਬੋਲਦਾ ਹੈ, ਉਹਦੇ ਬੋਲਾਂ ਵਿੱਚ ਸੱਤਾ ਬਹੁਤ ਜ਼ਿਆਦਾ ਹੁੰਦੀ ਹੈ। ਜਦੋਂ ਰੱਬ ਆਪ ਬੋਲ ਰਿਹਾ ਹੈ, ਆਪ ਸਤਿਗੁਰੂ ਜੀ ਦੱਸ ਰਹੇ ਨੇ ਉਪਦੇਸ਼, ਤੇ ਉਹਨਾਂ ਦਾ ਉਪਦੇਸ਼ ਇੱਕ ਇੱਕ ਵਚਨ
ਹਿਰਦੇ ਨੂੰ ਠੰਡ ਪਾਉਣ ਵਾਲਾ ਹੁੰਦਾ ਹੈ, ਅੰਦਰ ਨੂੰ ਸੁੱਖ ਦੇਣ ਵਾਲਾ ਹੁੰਦਾ ਹੈ। ਮਹਾਰਾਜ ਦੀ ਕਿਰਪਾ ਦੇ ਸਦਕਾ ਜਦੋਂ ਵੀ ਬਾਬਾ ਜੀ ਉਪਦੇਸ਼ ਦਿੰਦੇ ਸਨ, ਆਪਣਾ ਸਾਧ ਸੰਗਤ ਮਹਾਰਾਜ ਜੀ ਜੋੜਦੇ ਸਨ ਧਰਮ ਦੇ ਨਾਲ, ਤੇ ਮਨ ਠਹਿਰ ਜਾਂਦੇ ਸਨ, ਤੇ ਅੱਗੋਂ ਜਿਹੜੇ ਲੋਕ ਹੁੰਦੇ ਸੀ ਉਹ ਸ਼ਾਂਤ ਹੋ ਜਾਂਦੇ ਸਨ, ਗੁੱਸਾ ਉਹਨਾਂ ਦਾ ਥੰਮ ਜਾਂਦਾ ਸੀ। ਤੇ ਮਹਾਰਾਜ ਦੀ ਕਿਰਪਾ ਇਹਨਾਂ ਲੋਕਾਂ ਉੱਤੇ ਵੀ ਇਸੇ ਰੂਪ ਦੇ ਅੰਦਰ ਹੋਈ। ਮਹਾਰਾਜ ਗਰੀਬ ਨਵਾਜ ਨੇ ਇਹਨਾਂ ਨੂੰ ਉਪਦੇਸ਼ ਦਿੱਤਾ, ਤੇ ਪੰਡਤ ਮੰਗਲ ਤੱਤ ਕਹਿੰਦਾ ਕਿ ਤੁਸੀਂ ਕਿਹੜੀ ਆਰਤੀ ਦਾ ਫਿਰ ਜ਼ਿਕਰ ਕਰਦੇ ਹੋ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 2 ਵਾਰੀ ਸ਼ਬਦ ਆਇਆ। ਇੱਕ ਤੇ ਸ਼ਬਦ ਆਉਂਦਾ ਸਾਧ ਸੰਗਤ ਮਹਾਰਾਜ ਦੇ ਤਕਰੀਬਨ 13 ਅੰਗ ਦੇ ਉੱਪਰ, ਗਰੀਬ ਨਵਾਜ ਦੀ ਪਾਵਨ ਬਾਣੀ ਸੋਲਾ ਸਾਹਿਬ ਦੇ ਅੰਦਰ, ਤੇ ਦੂਜੀ ਵਾਰ ਜੇ ਮੈਨੂੰ ਭੁੱਲਦਾ ਨਹੀਂ 633 ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਉੱਥੇ ਫਿਰ ਥੋੜੇ ਜਿਹੇ ਬਦਲ ਦੇ ਨਾਲ ਇਹ ਸ਼ਬਦ ਆਉਂਦਾ ਹੈ। ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਰਾਗ ਧਨਾਸਰੀ ਮਹੱਲਾ ਪਹਿਲਾ। ਸਾਹਿਬਾਂ ਨੇ ਬਚਨ ਉਚਾਰਿਆ ਤੇ ਉਸ ਵਕਤ ਗਾਇਆ, ਮਰਬਾਬ ਬਜਾਈ ਮਰਦਾਨਾ ਦੀ ਹੋਰਾਂ ਨੇ, ਤੇ ਸਾਰੇ ਲੋਕ ਬੈਠ ਕੇ ਮਹਾਰਾਜ ਦੇ ਬਚਨ ਸੁਣ ਰਹੇ ਨੇ ਵੀ ਵਾਹਿਗੁਰੂ ਦੀ ਆਰਤੀ ਕਿੱਦਾਂ ਹੁੰਦੀ ਹੈ। ਉਹ ਪ੍ਰਭੂ ਬੇਸ਼ੁਮਾਰ ਵੱਡੇ ਮਾਲਕ ਧਨੀ ਦੀ ਆਰਤੀ ਕਿੱਦਾਂ ਹੁੰਦੀ ਹੈ। ਮਹਾਰਾਜ ਕਹਿੰਦੇ ਉਹਦੀ ਆਰਤੀ ਹੋ ਰਹੀ ਹੈ, ਗਗਨ ਮੈਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਆਣ ਨਲੋ ਪਵਨ ਚਵਰੂ ਕਰੇ, ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ। ਮਹਾਰਾਜ ਕਹਿੰਦੇ ਵਾਹਿਗੁਰੂ ਭਵ ਖੰਡਣ ਕਿੱਦਾਂ ਤੇਰੀ ਆਰਤੀ ਹੋ ਰਹੀ ਹੈ। ਸੱਚੇ ਪਾਤਸ਼ਾਹ ਨੇ ਜਿਹੜਾ ਇਹ ਸ਼ਬਦ ਉਚਾਰਿਆ 2 ਵਾਰਾਂ ਬਾਣੀ ਦੇ ਵਿੱਚ ਆਉਣ ਦੇ ਪਿੱਛੇ ਸਾਧ ਸੰਗਤ ਕਾਰਨ ਪਤਾ ਕੀ ਹੈ। ਕਈ ਸ਼ਬਦ ਮਹਾਰਾਜ ਦੀ ਬਾਣੀ 3-3 ਵਾਰਾਂ ਆਉਂਦੇ ਨੇ, 3-3 ਵਾਰਾਂ, ਥੋੜੇ ਫਰਕ ਨਾਲ। ਇਹ ਜਦੋਂ ਮਹਾਰਾਜ ਦੀ ਬਾਣੀ ਦੇ ਵਿੱਚ 2 ਵਾਰਾਂ 3 ਵਾਰਾਂ 4 ਵਾਰਾਂ ਸ਼ਬਦ ਆਉਂਦਾ ਨਾ, ਸਾਧ ਸੰਗਤ ਉਹਦੇ ਪਿੱਛੇ ਕਾਰਨ ਕਈ ਦੇ ਇਹ ਕਹਿੰਦੇ ਵੀ ਮਹਾਰਾਜ ਨੇ ਇਹ ਆਖਿਆ ਵੀ ਧਿਆਨ ਦੇ ਨਾਲ ਬਾਣੀ ਪੜੋ, ਵੀ ਫਰਕ ਪਾ ਕੇ ਸ਼ਬਦ ਲਿਖਿਆ। ਸੱਚ ਜਾਣਿਓ ਇਹ ਗੱਲ ਨਹੀਂ ਹੈ, ਇਹ ਗੱਲ ਨਹੀਂ ਹੈ। ਸੱਚਾਈ ਇਹ ਹੈ ਕਿ ਜਿਹੜਾ ਸ਼ਬਦ ਖਾਸ ਹੁੰਦਾ, ਖਾਸ ਮੈਸੇਜ ਹੁੰਦਾ ਸੰਸਾਰ ਨੂੰ ਮਹਾਰਾਜ ਦਾ, ਉਂਝ ਤੇ ਸਾਰੀ ਬਾਣੀ ਖਾਸ ਹੈ, ਪਰ ਜਿਹੜਾ ਸਾਧ ਸੰਗਤ ਸ਼ਬਦ ਖਾਸੀਅਤ ਰੱਖਦਾ ਹੈ, ਆਪਣੇ ਆਪ ਵਿੱਚ ਬੜਾ ਮਹਾਨ ਹੈ, ਉਹ ਮਹਾਰਾਜ ਦੀ ਬਾਣੀ ਵਿੱਚ 2 ਵਾਰਾਂ 3 ਵਾਰਾਂ, ਜਿਵੇਂ ਸੋਦਰ ਦਾ ਸ਼ਬਦ ਆ ਗਿਆ 3 ਵਾਰਾਂ, ਇਸ ਤਰ੍ਹਾਂ ਨਾਲ ਮਹਾਰਾਜ ਦੀ ਬਾਣੀ ਦੇ ਵਿੱਚ ਸ਼ਬਦ ਆਉਂਦੇ ਨੇ। ਸਨ 1877 ਈਸਵੀ ਦੇ ਅੰਦਰ ਬੰਗਾਲ ਦੇ ਸਾਧ ਸੰਗਤ ਰਹਿਣ ਵਾਲੇ ਰਵਿੰਦਰਨਾਥ ਟੈਗੋਰ ਜੀ, ਨੋਬਲ ਪੁਰਸਕਾਰ ਜੇਤੂ, ਜਿਨ੍ਹਾਂ ਰਾਸ਼ਟਰੀ ਗੀਤ ਲਿਖਿਆ ਜਨ ਗਨ ਮਨ, ਉਹਨਾਂ ਨੇ ਸਾਧ ਸੰਗਤ ਬੰਗਾਲੀ ਭਾਸ਼ਾ ਦੇ ਅੰਦਰ ਗਰੀਬ ਨਵਾਜ ਬਾਬਾ ਨਾਨਕ ਸਾਹਿਬ ਜੀ ਦੇ ਇਸ ਪਵਿੱਤਰ ਸ਼ਬਦ ਦਾ ਅਨੁਵਾਦ ਕੀਤਾ। ਲੋਕ ਬੜੇ ਪ੍ਰਭਾਵਿਤ ਹੋਏ, ਤੇ ਰਵਿੰਦਰਨਾਥ ਟੈਗੋਰ ਜੀ ਕਹਿੰਦੇ ਸੀ ਰਾਸ਼ਟਰੀ ਗਾਣ ਇਹ ਪਵਿੱਤਰ ਸ਼ਬਦ ਦਾ ਹੋਣਾ ਚਾਹੀਦਾ। ਵੱਖਰੀ ਗੱਲ, ਸਮੇਂ ਦੀ ਹਕੂਮਤ ਕਿੱਦਾਂ ਮੰਨ ਸਕਦੀ ਇਹ ਗੱਲ ਨੂੰ, ਪਰ ਸਾਧ ਸੰਗਤ ਇਹ ਗੱਲ ਵਿੱਚ ਕੋਈ ਸ਼ੱਕ ਨਹੀਂ। ਏਡੇ ਵੱਡੇ ਵਿਦਵਾਨ ਨੋਬਲ ਪੁਰਸਕਾਰ ਜੇਤੂ ਦੇ ਬਚਨ ਮੈਨੂੰ ਉਹਦੇ ਇਉਂ ਲੱਗਦਾ ਵੀ ਉਦਣ ਸੱਚ ਹੋਣੇ, ਜਿੱਦਣ ਮਹਾਰਾਜ ਸਾਨੂੰ ਆਪਣਾ ਰਾਜ ਦੇਣਗੇ, ਉਦਣ ਫਿਰ ਸਾਹਿਬ ਦੀ ਕਿਰਪਾ ਦੇ ਸਦਕਾ ਆ ਜਿਹੜਾ ਸ਼ਬਦ ਹੈ ਨਾ, ਇਹ ਸਾਧ ਸੰਗਤ ਰਾਸ਼ਟਰੀ ਗਾਇਨ ਦੇ ਰੂਪ ਵਿੱਚ ਗਾਇਆ ਜਾਇਆ ਕਰੇਗਾ। ਮਹਾਰਾਜ ਦੀ ਕਿਰਪਾ ਹੋ ਗਈ, ਲੋਕਾਂ ਨੂੰ ਸੁੱਖ ਮਿਲਿਆ, ਸ਼ਾਂਤੀ ਆਈ, ਨਾਮ ਦੇ ਨਾਲ ਜੁੜ ਗਏ, ਸਤ ਸੰਗਤ ਕਰਨ ਲੱਗ ਪਏ। ਬਾਬਾ ਨਾਨਕ ਗਰੀਬ ਨਵਾਜ ਦੀ ਜੈ ਜੈਕਾਰ ਹੋਣ ਲੱਗ ਪਈ ਇਹਨਾਂ ਮੰਦਰਾਂ ਦੇ ਅੰਦਰ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਅਗਲੀ ਯਾਤਰਾ ਦੇ ਵਾਸਤੇ ਜਾਣਗੇ। ਸਾਧ ਸੰਗਤ ਜੀ ਇਹਦੀਆਂ ਬੇਨਤੀਆਂ ਪ੍ਰਵਾਨ ਹੋਈਆਂ, ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਲਈ ਖਿਮਾ ਬਖਸ਼ੋ ਜੀ। ਮਹਾਰਾਜ ਸਾਰਿਆਂ ਨੂੰ ਸੋਝੀ ਸਮਝ ਦੇਣ, ਆਪਣੇ ਨਾਮ ਨਾਲ ਜੋੜਨ, ਹਿਰਦੇ ਦੀ ਸ਼ਾਂਤੀ ਬਖਸ਼ਣ। ਧੰਨ ਗੁਰੂ ਨਾਨਕ ਸਾਹਿਬ। ਆਓ ਜੀ ਹੁਣ ਗੁਰੂ ਸਵਾਰੇ ਰਾਗੀ ਸਿੰਘਾਂ ਦੇ ਪਾਸੋਂ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦਾ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ